ਪੀਰਾਂ ਫਕੀਰਾਂ ਦੀ ਕਰਮ ਭੂਮੀ ਨਕੋਦਰ ਸ਼ਹਿਰ ਵਿੱਚ ਇੱਕ ਵਾਰ ਫੇਰ ਆ ਗਿਆ ਚਰਚਾ ਵਿੱਚ। ਸਰੋਤਿਆਂ ਨੂੰ ਦੱਸ ਦਈਏ ਕਿ ਜਿੱਥੇ ਆਏ ਦਿਨ ਸ਼ਹਿਰ ਵਾਸੀਆਂ ਵੱਲੋਂ ਕੋਈ ਨਾ ਕੋਈ ਮੁੱਦਾ ਸੋਸ਼ਲ ਮੀਡੀਆ ਦੇ ਜ਼ਰੀਏ ਉਜਾਗਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਹਾਊਸ ਪਲੇਟਾਂ ਦਾ ਮੁੱਦਾ, ਸ਼ਹਿਰ ਅੰਦਰ ਪਿਛਲੇ ਸਮੇਂ ਵਿੱਚ ਲੱਗੀ ਇੰਟਰਲੌਕ ਦਾ ਮੁੱਦਾ, ਜਾਂ ਫਿਰ ਸ਼ਹਿਰ ਦੇ ਬਾਰ-ਬਾਰ ਪੱਟੀਆਂ ਗਈਆਂ ਸੜਕਾਂ ਦਾ ਮੁੱਦਾ। ਸ਼ਹਿਰ ਵਿੱਚ ਅੰਦਰ ਬੇਲੋੜੀਆਂ ਰੇਹੜੀਆਂ ਦੀ ਰੋਕਥਾਮ ਅਤੇ ਟ੍ਰੈਫਿਕ ਸਮੱਸਿਆਵਾਂ ਦੇ ਹੱਲ ਦਾ ਮੁੱਦਾ। ਇਹਨਾਂ ਸਭ ਦੇ ਚੱਲਦਿਆਂ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਉਹ ਹੈ ਨਕੋਦਰ ਸ਼ਹਿਰ ਦਾ ਡ੍ਰੀਮ ਪ੍ਰੋਜੈਕਟ ਸਟੇਡੀਅਮ ਦਾ ਮੁੱਦਾ, ਜਿਹੜਾ ਕਿ ਅੱਧ ਵਿਚਕਾਰ ਲਟਕ ਕੇ ਰਹਿ ਗਿਆ ਹੈ। ਬੇਸ਼ੱਕ ਇਹ ਸਟੇਡੀਅਮ ਬਹੁਤ ਵਧੀਆ ਥਾਂ ਅਤੇ ਕਾਫੀ ਵਧੀਆ ਢੰਗ ਨਾਲ ਬਣਾਇਆ ਜਾ ਰਿਹਾ ਹੈ, ਪਰ ਸ਼ਹਿਰ ਦੇ ਹੀ ਇੱਕ ਸਮਾਜ ਸੇਵੀ ਵੱਲੋਂ ਉਸ ਵਿੱਚ ਕੀਤੀਆਂ ਗਈਆਂ ਬੇਨਿਯਮੀਆਂ ਦੀ ਸ਼ਿਕਾਇਤ ਸਰਕਾਰ ਦੇ ਅਧਿਕਾਰੀਆਂ ਨੂੰ ਕੀਤੀ ਗਈ ਜਾਣ ਦੇ ਚੱਲਦਿਆਂ ਸਟੇਡੀਅਮ ਦੇ ਪੂਰੇ ਕਰਨ ਵਿੱਚ ਰੁਕਾਵਟ ਪੈਦਾ ਹੋ ਗਈ ਹੈ ਅਤੇ ਕੰਮ ਰੁਕ ਗਿਆ ਹੈ। ਹੁਣ ਇਹ ਤਾਂ ਲੋਕਲ ਬਾਡੀਜ਼ ਵਿਭਾਗ ਦੀ ਇਨਕੁਆਇਰੀ ਹੀ ਦੱਸੇਗੀ ਕਿ ਸਟੇਡੀਅਮ ਦੇ ਪ੍ਰੋਜੈਕਟ ਵਿੱਚ ਕੋਈ ਘਪਲੇਬਾਜ਼ੀ ਹੋਈ ਹੈ ਜਾਂ ਨਹੀਂ, ਪਰ ਇਸ ਹੋ ਰਹੀ ਦੇਰੀ ਦੇ ਕਾਰਨ ਇੱਕ ਵਧੀਆ ਦਰਜੇ ਸਟੇਡੀਅਮ ਦਾ ਪ੍ਰੋਜੈਕਟ ਖਟਾਈ ਵਿੱਚ ਪੈਂਦਾ ਹੋਇਆ ਨਜ਼ਰ ਹੀ ਆ ਰਿਹਾ ਹੈ ਅਤੇ ਆਪੋ ਆਪਣੇ ਪੱਖ ਮੀਡੀਆ ਸਾਹਮਣੇ ਰੱਖੇ ਜਾ ਰਹੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਅਸਲ ਸੱਚਾਈ ਪਤਾ ਲੱਗ ਸਕੇ। ਕੇਐਨਐਨ ਨਿਊਜ਼ ਪੰਜਾਬ ਨਕੋਦਰ ਤੋਂ ਰਵੀ ਵਰਮਾ ਤੇ ਅਸ਼ੋਕ ਲਾਲ ਦੀ ਖਬਰ। पिछले दिनी सर एक घपला सामने आया जी आरिया स्कूल की बैक साइड के उत्ते प्ले ग्राउंड है ਉਹਦੇ ਵਿੱਚ ਤੁਸੀਂ ਮੇਰੇ ਕੋਲ ਪਟੀਸ਼ਨ ਦਾਇਰ ਕੀਤੀ ਆ ਕਿ ਉਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਅਪਡੇਟਸ ਹੈ ਜੀ ਔਰ ਕੀ ਸਟੋਰੀ ਕੀ ਹੈ ਜੀ। ਮੈਂ ਆਪਣੇ ਸੁਣਨ ਵਾਲੇ ਤੇ ਦੇਖਣ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦਾ ਜੀ। ਦੇਖੋ ਜੀ, ਇਹ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਜੀ ਸਾਡੇ ਨਕੋਦਰ ਦਾ। ਆਰੀਆ ਸਕੂਲ ਦੀ ਗਰਾਊਂਡ ਦੀ ਆਰੀਆ ਸਕੂਲ ਦੇ ਬਿਲਕੁਲ ਬੈਕ ਸਾਈਡ ਤੇ ਇੱਕ ਗਰਾਊਂਡ ਆ, ਜਿਹਨੂੰ ਅਸੀਂ ਆਰੀਆ ਸਕੂਲ ਦੀ ਗਰਾਊਂਡ ਹੀ ਕਹਿੰਦੇ ਹਾਂ। ਆਪਾਂ ਸਾਰਿਆਂ ਦਾ ਬਚਪਨ ਉੱਥੇ, ਆਪਾਂ 15 ਅਗਸਤ ਤੇ 26 ਜਨਵਰੀ ਦੇ ਬੜੇ ਉੱਥੇ ਦਿਹਾੜੇ ਬਹੁਤ ਕੁਝ ਦੇਖਿਆ ਹੋਇਆ ਜੀ। ਉੱਥੇ ਇੱਕ ਸਾਡੇ ਸ਼ਹਿਰ ਦਾ ਇੱਕ ਬੜਾ ਡ੍ਰੀਮ ਪ੍ਰੋਜੈਕਟ ਸੀ ਵੀ ਇੱਥੇ ਇੱਕ ਸਟੇਡੀਅਮ ਬਣੇ ਜੀ। ਉਹ ਸਟੇਡੀਅਮ ਦੇ ਸੰਬੰਧ ਵਿੱਚ ਬਹੁਤ ਕੁਝ ਹੋਇਆ ਤੇ ਐਂਡ ਆਫ ਦਾ ਡੇ ਉੱਥੇ ਇੱਕ ਸਟੇਡੀਅਮ ਜਿਹੜਾ ਨਾ ਜੀ ਪਾਸ ਹੋਇਆ ਤੇ ਕਰੀਬ 1.5 ਸਾਲ ਤੋਂ ਉੱਥੇ ਸਟੇਡੀਅਮ ਦਾ 1.5 ਸਾਲ ਪਹਿਲਾਂ ਕੰਮ ਸ਼ੁਰੂ ਹੋ ਗਿਆ ਜੀ। ਉੱਥੇ ਨਗਰ ਕੌਂਸਲ ਨੇ ਜੀ 60 ਲੱਖ ਦੇ ਕਰੀਬ, ਇਹ ਮੈਂ ਰਿਪੀਟ ਕਰਦਾ ਜੀ, 60 ਲੱਖ ਦੇ ਕਰੀਬ ਇਹ ਟੈਂਡਰ ਸੀ, ਇਹ ਠੇਕਾ ਸੀਗਾ, ਜਿਹੜਾ ਕਿ ਇਹ ਹੈਗੀ ਆ ਜੀ ਫਰਮ ਆ ਇੱਕ ਨਵਾਂ ਪਿੰਡ ਦੋਨੇਵਾਲ ਕੋਆਪਰੇਟਿਵ ਸੁਸਾਇਟੀ, ਇਹਨਾਂ ਨੂੰ ਦਿੱਤਾ ਗਿਆ। ਕਰੀਬ 60 ਲੱਖ ਆ, 58 ਸਮਥਿੰਗ ਨੀਅਰ ਅਬਾਊਟ 60 ਲੱਖ ਹੈ ਜੀ। ਉਹ ਜਿਹੜੀ ਇਹ ਕੋਆਪਰੇਟਿਵ ਸੁਸਾਇਟੀ ਆ, ਇਹ ਕੰਮ ਚੱਲਦਾ ਪਿਆ ਸੀ ਨਗਰ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ, ਈਓ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ। ਹੁਣ ਕੀ ਹੋਇਆ ਜੀ, ਚੱਲਦੇ ਕੰਮ ਦੌਰਾਨ ਉਸ ਸਟੇਡੀਅਮ ਦੇ ਵਿੱਚ ਜਿਹੜਾ ਸਟੇਡੀਅਮ ਬਣ ਰਿਹਾ ਸੀ ਉਹਦੇ ਵਿੱਚ ਲੈਂਟਰ ਡਿੱਗ ਜਾਂਦਾ ਜੀ। ਹੁਣ ਲੈਂਟਰ ਡਿੱਗ ਜਾਂਦਾ, ਸਟੇਡੀਅਮ ਬਣਦਾ ਹੋਵੇ ਨਵਾਂ ਨਕੋਲ ਤੇ ਉਹਦਾ ਲੈਂਟਰ ਡਿੱਗ ਜੇ ਤੇ ਇੱਕ ਸ਼ੱਕ ਤਾਂ ਪੈਦਾ ਹੁੰਦਾ ਹੀ ਹੈ, ਇਹ ਕਿਹੜਾ ਮਟੀਰੀਅਲ ਆ, ਕਿਹੜਾ ਇਹ ਰਾ ਮਟੀਰੀਅਲ ਵਰਤਿਆ ਜਾ ਰਿਹਾ ਵੀ ਜਿਹੜਾ ਚੱਲਦਾ ਜਿਹੜਾ ਕੰਮ ਆ ਉਹਦੇ ਵਿੱਚ 3-4 ਮਹੀਨੇ ਹੋਏ ਹੁੰਦੇ ਆ ਤੇ ਕੰਮ ਉੱਥੇ ਲੈਂਟਰ ਡਿੱਗ ਜਾਂਦਾ। ਕੀ ਇਹ ਪੋਸੀਬਲ ਹੈਗਾ ਕਿ ਇੱਦਾਂ ਦਾ ਜਿਹੜਾ ਸਟੇਡੀਅਮ ਆ ਉਹ ਚੱਲ ਸਕੇ? ਉੱਥੇ ਨਾ ਜੀ ਫਿਰ ਅਸੀਂ ਕੰਪਲੇਂਟ ਕੀਤੀ ਈਓ ਸਾਹਿਬ ਨੂੰ। ਇਹ ਨੀਅਰ ਅਬਾਊਟ ਪਿਛਲੇ ਸਾਲ 6ਵੇਂ ਮਹੀਨੇ ਦੀ ਗੱਲ ਹੈ ਜੀ। 6ਵੇਂ ਮਹੀਨੇ ਵਿੱਚ ਅਸੀਂ ਕੰਪਲੇਂਟ ਕੀਤੀ ਵੀ ਇਸ ਸਟੇਡੀਅਮ ਦੀ ਸਾਰੀ ਇਨਕੁਆਇਰੀ ਹੋਵੇ। ਇਹਦਾ ਟੈਂਡਰ ਕਿੰਨੇ ਦਾ ਸੀ, ਇਹ 'ਚ ਰਾ ਮਟੀਰੀਅਲ ਕੀ ਯੂਜ਼ ਕੀਤਾ ਜਾਂਦਾ, ਠੇਕੇਦਾਰ ਕਿਹੜਾ, ਕੱਲੀ ਚੀਜ਼ ਦੀ। ਉਹਦੇ ਵਿੱਚ ਐਸਡੀਐਮ ਸਾਹਿਬ ਨੂੰ ਵੀ ਕੰਪਲੇਂਟ ਗਈ ਪਰ ਕੋਈ ਕਾਰਵਾਈ ਨਹੀਂ ਹੋਈ ਜੀ। ਫਿਰ ਅਸੀਂ ਸਤੰਬਰ ਮਹੀਨੇ ਦੇ ਵਿੱਚ, ਉਸ ਵਕਤ ਮੁੱਖ ਮੰਤਰੀ ਸਾਹਿਬ ਸੀਗੇ ਜੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ, ਉਹਨਾਂ ਦੇ ਕੋਲ ਸਾਡੀ ਅਸੀਂ ਸ਼ਿਕਾਇਤ ਭੇਜੀ। ਉਹਨਾਂ ਨੇ ਇਨਕੁਆਇਰੀ ਲਾਤੀ। ਟਿਲ ਡੇਟ ਕੋਈ ਵੀ ਇਨਕੁਆਇਰੀ ਜਿਹੜੀ ਹੈ ਨਾ ਜੀ ਉਹ ਪ੍ਰੋਪਰ ਕੰਡਕਟ ਨਹੀਂ ਹੋ ਸਕੀ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਜੀ ਤੇ ਅਸੀਂ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਭਗਵੰਤ ਮਾਨ ਜੀ, ਉਹਨਾਂ ਨੂੰ ਅਸੀਂ ਫਾਰਵਰਡ ਕੀਤੀ ਉਹ ਦਰਖਾਸਤ ਫਾਰਵਰਡ ਕੀਤੀ ਤੇ ਉਹਦੇ ਤੇ ਵੀ ਟਿਲ ਡੇਟ ਅਜੇ ਸਥਾਨਕ ਸਰਕਾਰਾਂ ਵਿਭਾਗ ਦੇ ਜਿਹੜਾ ਪ੍ਰਮੁੱਖ ਸਕੱਤਰ ਹੈ, ਪ੍ਰਿੰਸੀਪਲ ਸੈਕਟਰੀ, ਉਹਨਾਂ ਦੇ ਕੋਲ ਪੈਂਡੈਂਸੀ ਆ, ਪਰ ਉਹ ਇਨਕੁਆਇਰੀ ਅਜੇ ਤੱਕ ਕੋਈ ਕਨਕਲੂਡ ਨਹੀਂ ਹੋਈ। ਟਿਲ ਡੇਟ ਉੱਥੇ ਕੰਮ ਬੰਦ ਆ ਜੀ। ਅਸੀਂ ਕਹਿੰਦੇ ਹਾਂ ਵੀ ਸਟੇਡੀਅਮ ਬਣਾਓ ਤੁਸੀਂ, ਅਸੀਂ ਸਟੇਡੀਅਮ ਬਣਾਉਣ ਤੋਂ ਨਹੀਂ ਰੋਕਦੇ, ਪਰ ਚੱਲਦੇ ਸਟੇਡੀਅਮ ਵਿੱਚ ਉੱਥੇ ਕੋਈ ਪ੍ਰੋਗਰਾਮ ਚੱਲਦਾ ਹੋ, ਕੋਈ ਫੰਕਸ਼ਨ ਚੱਲਦਾ ਹੋ, ਉੱਥੇ 15 ਅਗਸਤ 26 ਜਨਵਰੀ ਬੱਚੇ ਜਾਂਦੇ ਆ ਜੀ, ਉੱਥੇ ਲੈਂਟਰ ਡਿੱਗ ਜਾਵੇ ਤੇ ਕੀ ਇਹ ਸਾਡੀ ਸੁਰੱਖਿਆ, ਸਾਡੇ ਬੱਚਿਆਂ ਦੀ ਸੁਰੱਖਿਆ ਦੇ ਅਗੇਂਸਟ ਨਹੀਂ ਇਹ ਚੀਜ਼?
ਦੂਜੀ ਗੱਲ ਇੱਕ ਹੋਰ, ਇਸ ਸਾਰੇ ਸਟੇਡੀਅਮ ਦਾ ਟਿਲ ਡੇਟ ਕੋਈ ਵੀ ਮੈਪ ਹੈ ਹੀ ਨਹੀਂ ਜੀ ਇਹਨਾਂ ਦੇ ਕੋਲ। ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਲਾਈਟਾਂ ਕਿੱਥੇ ਲੱਗਣੀਆਂ, ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਸਪੈਕਟੇਟਰਸ ਆ ਉਹਨਾਂ ਦਾ ਪ੍ਰੋਪਰ ਵੇ ਕਿੱਥੇ ਹੈ ਬੈਠਣ ਦਾ, ਇਨਗ੍ਰੈਸ ਆਊਟਗ੍ਰੈਸ ਪ੍ਰੋਪਰ ਅਸੀਂ ਕਿੱਥੇ ਬਣਾਉਣੀ, ਨਕਸ਼ਾ ਹੈ ਹੀ ਉਹ ਨਹੀਂ। ਜੇ ਨਕਸ਼ਾ ਹੈ ਨਹੀਂਗਾ, ਇਟ ਸੈਲਫ ਜਿਹੜੀ ਕੰਸਟਰਕਸ਼ਨ ਆ ਅਕੋਰਡਿੰਗ ਟੂ ਦਾ ਮਿਊਨਿਸਪਲ ਐਕਟ ਇਹ ਅਨਆਥੋਰਾਈਜ਼ਡ ਆ, ਇਲੀਗਲ ਆ। ਅਸੀਂ ਹੋਰ ਵੀ ਅੱਗੇ ਜਾਂਦੇ ਹਾਂ, ਅਸੀਂ ਕਹਿੰਦੇ ਕੰਮ ਨਾ ਰੁਕੇ, ਕਿਉਂਕਿ ਉੱਥੇ ਜੇ ਕੰਮ ਰੁਕਦਾ ਤੇ ਸਾਨੂੰ ਸਾਰਿਆਂ ਨੂੰ ਸਮੱਸਿਆ। ਕੰਮ ਰੋਕਣਾ ਸਾਡਾ ਪਰਪਸ ਨਹੀਂ ਹੈਗਾ ਜੀ, ਕੰਮ ਰੁਕਣਾ ਸਾਡਾ ਪਰਪਸ ਨਹੀਂ ਹੈਗਾ ਜੀ। ਦਰਖਾਸਤ ਦੇ ਕੇ ਕੰਮ ਰੋਕ ਦੇਣਾ ਮੈਂ ਨਹੀਂ ਸਮਝਦਾ ਵੀ ਕੋਈ ਅਕਲਮੰਦੀ ਵਾਲੀ ਗੱਲ ਆ। ਸਾਡਾ ਉਹ ਡਰੀਮ ਪ੍ਰੋਜੈਕਟ ਆ, ਸਾਡਾ 60 ਲੱਖ ਦਾ ਪ੍ਰੋਜੈਕਟ ਆ। ਇੱਕ ਚੀਜ਼ ਹੋਰ ਇਹਦੇ ਵਿੱਚ ਮੈਂ ਕਹਿਣੀ ਚਾਹੂੰਗਾ, 60 ਲੱਖ ਦੇ ਪ੍ਰੋਜੈਕਟ ਦੇ ਵਿੱਚ 34 ਲੱਖ ਦੇ ਕਰੀਬ ਉਹ ਜਿਹੜਾ ਠੇਕੇਦਾਰ ਆ ਉਹ ਨਗਰ ਕੌਂਸਲ ਦੇ ਕੋਲੋਂ ਪੈਸੇ ਲੈ ਚੁੱਕਾ, ਅਦਾਇਗੀ ਹੋ ਚੁੱਕੀ ਹੈ ਜੀ। ਅੱਧਿਓਂ ਜ਼ਿਆਦਾ ਰਕਮ ਦੀ ਤਾਂ ਅਦਾਇਗੀ ਵੀ ਹੋ ਗਈ, ਜਾਂਚ ਵੀ ਨਹੀਂ ਹੋਈ ਕਿ ਵੀ ਉਹ ਲੈਂਟਰ ਕਿੱਦਾਂ ਡਿੱਗਿਆ, ਕਿਸੇ ਨੇ ਪੁੱਛਿਆ ਤੱਕ ਨਹੀਂ। ਜਿਹੜੇ ਸਾਡੇ ਪਹਿਲੇ ਈਓ ਸਾਹਿਬਾਨ ਸੀ ਉਹਨਾਂ ਨੇ ਵੀ ਕੋਈ ਉੱਥੇ ਜਾਣ ਦੀ ਕਿਰਪਾਲਤਾ ਨਹੀਂ ਕੀਤੀ ਵੀ ਜਾ ਕੇ ਮੈਂ ਉੱਥੇ ਦੇਖਾਂ ਵੀ ਉੱਥੇ ਹੋ ਕੀ ਰਿਹਾ, ਲੈਂਟਰ ਕਿਉਂ ਡਿੱਗਿਆ, ਇੰਨੀ ਵੱਡੀ ਉਸਾਰੀ ਹੋ ਰਹੀ ਆ, ਐਡਾ ਵੱਡਾ ਡਰੀਮ ਪ੍ਰੋਜੈਕਟ ਆ, ਕਿਉਂ ਲੈਂਟਰ ਡਿੱਗਿਆ ਵੀ, ਕਿਸੇ ਨੇ ਕੋਈ ਕਿਰਪਾਲਤਾ ਨਹੀਂ ਕੀਤੀ ਜੀ। ਨਕਸ਼ਾ ਹੈ ਨਹੀਂ। 34 ਲੱਖ ਰੁਪਈਆ ਆਪਾਂ ਪਹਿਲਾਂ ਟੈਂਡਰ ਜਿਹੜਾ ਠੇਕੇਦਾਰ ਨੂੰ ਦੇ ਚੁੱਕੇ ਹਾਂ, ਕੰਮ ਸਾਡਾ ਫੇਰ ਨਹੀਂ ਹੋਇਆ, ਅੱਧ ਪਚੱਧਾ ਵੀ ਨਹੀਂ ਕੰਮ ਹੋਇਆ। ਹੁਣ ਉਹ ਕਹਿੰਦੇ ਆ ਜੀ ਅਸੀਂ ਤਾਂ ਕੰਮ ਰੋਕ ਦਿੱਤਾ, ਉੱਥੇ ਅਸੀਂ ਤਾਂ ਕੰਮ ਰੋਕ ਦਿੱਤਾ, ਅਸੀਂ ਕਿ ਠੇਕੇਦਾਰ ਦੀ ਪੇਮੈਂਟ ਜਿਹੜੀ ਸਟਾਪ ਕਰਤੀ। ਪੇਮੈਂਟ ਸਟਾਪ ਕਰਨਾ, ਕੰਮ ਰੋਕਣਾ ਕੋਈ ਜਿਹੜਾ ਹੱਲ ਨਹੀਂ ਹੈਗਾ। ਤੁਸੀਂ ਉਸ ਜਿਹੜਾ ਸਟੇਡੀਅਮ ਹੈ ਉਹਦੀ ਪ੍ਰੋਪਰ ਇਨਕੁਆਇਰੀ ਕੰਡਕਟ ਕਰੋ, ਜਲਦ ਤੋਂ ਜਲਦ ਕੰਪਲੀਟ ਕਰੋ। ਇਨ ਕੇਸ ਤੁਸੀਂ ਜਲਦੀ ਨਹੀਂ ਕਰ ਸਕਦੇ, ਫॉर ਦਾ ਟਾਈਮ ਬਿੰਗ ਉੱਥੇ ਜਿਹੜਾ ਕੰਮ ਹੈ ਨਾ ਸ਼ੁਰੂ ਕੀਤਾ ਜਾਵੇ। ਐਟਲੀਸਟ ਜਿਹੜਾ ਆ ਕੰਮ ਆ ਉਹ ਕੰਟੀਨਿਊ ਤਾਂ ਹੋਵੇ। ਸਾਡਾ ਤਾਂ 60 ਲੱਖ ਦਾ ਪ੍ਰੋਜੈਕਟ ਹੀ ਖਤਮ ਹੋ ਗਿਆ। ਬਿਲਕੁਲ ਜੀ। ਹੁਣ ਤੱਕ ਦੀ ਜਿਹੜੀ ਕਾਰਵਾਈ ਆ ਜੀ ਸੀਐਮ ਤੱਕ ਪਹੁੰਚ ਚੁੱਕੇ ਹੋ ਜੀ 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 ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਜੀ 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 ਤੇ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਜੀ ਜਾਂ ਨਹੀਂ? ਜੀ ਜੀ ਮੈਂ ਇਹਦੀ ਪ੍ਰੈਪਰੇਸ਼ਨ ਕਰ ਰਿਹਾ ਜੀ। ਮੈਂ ਅਜੇ ਸਟਿਲ ਡੇਟ ਇਹਦੀ ਜਿਹੜੀ ਪਟੀਸ਼ਨ ਹੈ ਉਹ ਫੋਲੋ ਕਰ ਰਿਹਾ, ਬਟ ਅਜੇ ਮੈਂ ਉਹਨੂੰ ਅਜੇ ਦਾਇਰ ਨਹੀਂ ਕੀਤੀ ਕਿਉਂਕਿ ਭਗਵੰਤ ਮਾਨ ਜੀ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਦੇ ਆਫਿਸ ਦੇ ਵਿੱਚ ਇੱਕ ਕੰਪਲੇਂਟ ਪੈਂਡਿੰਗ ਆ ਜੀ। ਉਹਨਾਂ ਨੇ ਜਿਹੜੇ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬਾਨ ਆ ਜੀ ਲੋਕਲ ਬੋਡੀਜ਼ ਦੇ, ਉਹਨਾਂ ਦੇ ਕੋਲ ਭੇਜੀ ਹੋਈ ਫਾਰਵਰਡ ਕੀਤੀ ਹੋਈ ਆ। ਉਹ ਇੱਕ ਵਾਰੀ ਕਨਕਲੂਡ ਹੋ ਜੇ ਦੈਨ ਅਸੀਂ ਜਿਹੜੀ ਆ ਨਾ ਹਾਈ ਕੋਰਟ ਦੇ ਵਿੱਚ ਜਿਹੜੀ ਇਹਨੂੰ ਅਸੀਂ ਫੋਲੋ ਕਰ ਦੇਣਾ ਜੀ, ਇਹਨੂੰ ਪਟੀਸ਼ਨ ਲਾ ਦੇਣਾ ਜੀ। ਆਉਣ ਵਾਲੇ ਸਮੇਂ 'ਚ ਮਾਨ ਸਾਹਿਬ ਕੀ ਉਮੀਦ ਕਰ ਸਕਦੇ ਹੋ ਤੁਸੀਂ? ਦੇਖੋ ਜੀ, ਆਉਣ ਵਾਲੇ ਸਮੇਂ ਵਿੱਚ ਮੈਂ ਇਹੀ ਗੱਲ ਕਹੂੰਗਾ ਜੀ, ਕੋਈ ਉਮੀਦ ਮੈਨੂੰ ਨਗਰ ਕੌਂਸਲ ਤੋਂ ਨਹੀਂ ਹੈਗੀ ਜੀ। ਕੋਈ ਇਹਦੇ ਵਿੱਚ ਕੋਈ ਸਾਨੂੰ ਇਨਸਾਫ ਮਿਲੂਗਾ ਜਾਂ ਸ਼ਹਿਰ ਵਾਸੀਆਂ ਦਾ ਜਿਹੜਾ ਪੈਸਾ ਅਸੀਂ ਗਰਕੀ ਕਰ ਦਿੱਤਾ, ਜਿਹੜਾ ਇੱਕ ਟੈਕਸ ਪੇਅਰ ਆ ਉਹਦੀ ਅਮਾਊਂਟ ਸੀਗੀ 60 ਲੱਖ ਰੁਪਈਆ, ਅਸੀਂ ਫੱਕੀਆਂ ਡਾਤੀਆਂ ਉਹਦੀਆਂ। ਉਹਦੇ ਵਿੱਚੋਂ 34 ਲੱਖ ਰੁਪਈਆ ਅਸੀਂ ਦੇ ਵੀ ਦਿੱਤਾ, ਕੋਈ ਇਨਕੁਆਇਰੀ ਨਹੀਂ ਕਰਾਈ, ਕੋਈ ਕੁਛ ਨਹੀਂ ਕੀਤਾ। ਸਾਨੂੰ ਐਟਲੀਸਟ ਕੁਛ ਤਾਂ ਪਤਾ ਲੱਗੇ ਵੀ ਪੈਸੇ ਗਏ ਕਿੱਥੇ ਆ। ਮੈਂ ਉਮੀਦ ਇਹ ਕਰਦਾ ਜੀ, ਦੇਰ ਆਏ ਦਰੁਸਤ ਆਏ, ਹੁਣ ਹੀ ਕੁਛ ਕਰ ਲਓ, ਹੁਣ ਹੀ ਉਹਦੀ ਜਾਂਚ ਕਰਵਾ ਲਓ, ਹੁਣ ਹੀ ਜਾਂਚ ਕਰਵਾ ਕੇ ਜਲਦ ਤੋਂ ਜਲਦ ਕੰਮ ਸ਼ੁਰੂ ਕਰਾਓ। ਔਰ ਕੰਮ ਬੰਦ ਕਰਨਾ ਜਿਹੜਾ ਇਹ ਕੋਈ ਸੋਲਿਊਸ਼ਨ ਨਹੀਂ ਹੈਗਾ ਕਿ ਅਸੀਂ ਇਹ ਕਹਿਣਾ ਕਿ ਫਲਾਣੇ ਬੰਦੇ ਨੇ ਦਰਖਾਸਤ ਦਿੱਤੀ ਅਸੀਂ ਕੰਮ ਬੰਦ ਕਰ ਦਿੱਤਾ। ਡੈਟ ਇਜ਼ ਨਾਟ ਅ ਸੋਲਿਊਸ਼ਨ। ਇਹ ਕੋਈ ਹੱਲ ਨਹੀਂ ਹੈਗਾ। ਉੱਥੇ ਹਜ਼ਾਰਾਂ ਕਈ ਸੌ ਲੋਕ ਉੱਥੇ ਰੋਜ਼ ਆਉਂਦੇ ਆ, ਕਈ ਬਜ਼ੁਰਗ ਆਉਂਦੇ ਆ, ਕਈ ਬੱਚੇ ਖੇਡਣ ਵਾਲੇ ਆਉਂਦੇ ਆ। ਤੁਸੀਂ ਤਾਂ ਜਿਹੜੀ ਗਰਾਊਂਡ ਚੱਲਦੀ ਸੀਗੀ ਉਹ ਵੀ ਰੋਕ ਕੇ ਰੱਖ ਦਿੱਤੀ। ਉੱਥੇ ਇੱਕ ਪਿੱਚ ਬਣੀ ਹੁੰਦੀ ਸੀ, ਮੈਂ ਥੋੜ੍ਹਾ ਜਿਹਾ ਸੋਲ ਸਾਹਿਬ ਵਿੱਚ ਦਿਖਾਉਣਾ ਚਾਹੂੰਗਾ, ਉੱਥੇ ਇੱਕ ਪਿੱਚ ਬਣੀ ਹੁੰਦੀ ਸੀਗੀ, ਕ੍ਰਿਕਟ ਪਿੱਚ ਹੁੰਦੀ ਸੀ। ਇਸ ਸਟੇਡੀਅਮ ਦੀ ਆੜ ਦੇ ਵਿੱਚ ਉਹ ਪਿੱਚ ਵੀ ਤਬਾਹ ਕਰਕੇ ਰੱਖ ਦਿੱਤੀ ਗਈ। ਅੱਜ ਦੀ ਡੇਟ 'ਚ ਕੋਈ ਪਿੱਚ ਵੀ ਹੈ ਨਹੀਂ ਖੇਡਣ ਨੂੰ ਬੱਚਿਆਂ ਦੇ। ਸਾਡੇ ਇੱਥੇ ਕ੍ਰਿਕਟ ਦਾ ਬੜਾ ਕਰੇਜ਼ ਆ ਜੀ ਨਕੋਦਰ ਦੇ ਵਿੱਚ, ਤੇ ਅੱਜ ਦੀ ਡੇਟ 'ਚ ਉਹ ਪਿੱਚ ਵੀ ਹੈ ਨਹੀਂ ਗੀ। ਮੈਂ ਕਹਿੰਦਾ ਜੀ ਆਉਣ ਵਾਲੇ ਸਮੇਂ 'ਚ ਸਿਰਫ ਇੰਨਾ ਹੀ ਕਰ ਲਓ, ਕੰਪਲੀਟ ਕਰਕੇ ਇਨਕੁਆਇਰੀ ਉੱਥੇ ਕੰਮ ਸ਼ੁਰੂ ਕਰਾ ਦਿਓ ਜੀ। ਇੰਨੀ ਬੇਨਤੀ ਹੈ ਮੇਰੀ ਨਗਰ ਕੌਂਸਲ ਨੂੰ ਵੀ ਤੇ ਅਥਾਰਟੀਜ਼ ਨੂੰ ਵੀ। ਕੀ ਸਰ ਲੱਗਦਾ ਕਿ ਜਿਹੜਾ ਕੰਮ ਹੋਇਆ ਆ ਜਿਹੜੀ ਉਹ ਡਿੱਗਿਆ ਲੈਂਟਰ ਜੀ, ਹੁਣ ਮੋਰੇ 15 ਅਗਸਤ ਆਉਣ ਵਾਲੀ ਹੈ ਜੀ, ਜੇ ਬਾਈ ਚਾਂਸ ਇਹ ਹਾਦਸਾ 15 ਅਗਸਤ ਵਾਲੇ ਦਿਨ ਹੁੰਦਾ ਫਿਰ? ਮੈਂ ਇਹੀ ਗੱਲ ਕਹੂੰਗਾ ਜੀ, ਇਹ ਬਹੁਤ ਵੱਡਾ ਇੱਕ ਡੇਂਜਰ ਅਲਰਟ ਆ। ਚੱਲਦੇ ਪ੍ਰੋਗਰਾਮ ਦੇ ਵਿੱਚ ਕਿਤੇ ਲੈਂਟਰ ਡਿੱਗ ਜਾਂਦਾ, ਬੱਚੇ ਉੱਥੇ ਬੈਠੇ ਹੁੰਦੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ 15 ਅਗਸਤ ਤੇ ਇਕੱਠ ਹੁੰਦਾ ਜੀ। ਚਲੋ ਹੁਣ ਕੁਛ ਦੇਰ ਲਈ ਇਹ ਜਿਹੜੀ 15 ਅਗਸਤ 26 ਜਨਵਰੀ ਹੈ ਨਾ, DAV ਕਾਲਜ ਦੀ ਗਰਾਊਂਡ ਵਿੱਚ ਕਰਨ ਲੱਗ ਪਏ ਜਾਂ ਅਲੱਗ-ਅਲੱਗ ਜਗ੍ਹਾ ਵੀ ਕਰਦੇ, ਇੱਥੇ ਘੱਟ ਕਰਦੇ, ਬਟ ਇੱਥੇ ਹੋਰ ਫੰਕਸ਼ਨ ਬੜੇ ਹੁੰਦੇ ਆ ਜੀ। ਤੁਸੀਂ ਸ਼ਾਮ ਨੂੰ ਚੱਲ ਜਾਓ, ਉੱਥੇ ਬੱਚੇ ਬਹੁਤ ਕ੍ਰਿਕਟ ਖੇਡਦੇ ਆ, ਫੁੱਟਬਾਲ ਬਹੁਤ ਖੇਡਦੇ ਆ, ਸੈਰ ਕਰਨ ਵਾਲੇ ਬਹੁਤ ਆ। ਔਰ ਜਿਹੜੀਆਂ ਸਟੇਅਰਸ ਆ ਚੱਲਦੇ ਵਿੱਚ ਡਿੱਗ ਜਾਣ ਤਾਂ ਉਹ ਕਦੋਂ ਵੀ ਹਾਦਸਾ ਹੋ ਸਕਦਾ ਜੀ। ਮੈਂ ਕਹਿੰਦਾ 15 ਅਗਸਤ 26 ਜਨਵਰੀ ਤੋਂ ਇਲਾਵਾ ਵੀ ਰੋਜ਼ਾਨਾ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਪੋਰਟਸਮੈਨ ਸਾਡੇ ਸ਼ਹਿਰ ਦੇ ਸਿਟੀਜ਼ਨ ਆਉਂਦੇ ਆ, ਤੇ ਉਹ ਤਾਂ ਕੁਛ ਵੀ ਹੋ ਸਕਦਾ ਜੀ।
ਕੀ ਲੱਗਦਾ ਤੁਹਾਨੂੰ ਕਿੱਥੇ ਕਿੱਥੇ ਪ੍ਰਸ਼ਾਸਨ ਦੀ ਕਮੀ ਹੈ, ਕੀ ਹੈ? ਬਿਲਕੁਲ ਜੀ, ਇਹ 110% ਇਹ ਪ੍ਰਸ਼ਾਸਨ ਦੀ ਕਮੀ ਹੈ। ਜਦ ਤੁਹਾਨੂੰ ਤੁਸੀਂ ਕੁੰਭਕਰਨੀ ਨੀਂਦ ਸੌ ਜਾਂਦੇ ਆ, ਤੁਸੀਂ ਟੈਂਡਰ ਦੇ ਦਿੱਤਾ, 34 ਲੱਖ ਰੁਪਏ ਦੀ ਅਦਾਇਗੀ ਦੇ ਦਿੱਤੀ। ਮੈਂ ਇੱਕ ਚੀਜ਼ ਹੋਰ ਦੁਹਰਾਉਣਾ ਚਾਹੁੰਦਾ, ਇਹ 34 ਲੱਖ ਦੀ ਜਿਹੜੀ ਅਦਾਇਗੀ 33-34 ਲੱਖ ਦੀ ਅਦਾਇਗੀ ਜਿਹੜੀ ਠੇਕੇਦਾਰ ਨੂੰ ਹੋ ਰਹੀ ਹੈ ਨਾ ਜੀ, ਇਹ ਮੇਰੀ ਦਰਖਾਸਤ ਦੀ ਪੈਂਡੈਂਸੀ ਦੇ ਵਿੱਚ ਹੋ ਰਹੀ ਹੈ। ਮੀਨਿੰਗ ਦੇਰ ਬਾਈ ਕਿ ਮੇਰੀ ਕੰਪਲੇਂਟ ਜਾਂਦੀ ਹੈ ਈਓ ਸਾਹਿਬ ਨੂੰ, ਮੇਰੀ ਕੰਪਲੇਂਟ ਦੇ ਦੌਰਾਨ ਹੀ ਤੁਸੀਂ ਕਾਰਵਾਈ ਕਰਨ ਦੀ ਬਜਾਏ ਤੁਸੀਂ ਕੀ ਕਰਦੇ, ਉਹਨੂੰ ਪੈਸੇ ਹੋਰ ਦਿੰਦੇ ਵੀ ਤੂੰ ਵਧੀਆ ਕੰਮ ਕੀਤਾ, ਲੈਂਟਰ ਦੇ ਗਿਆ, ਮਿਲਾਵਟੀ ਕੰਮ ਸਟੇਡੀਅਮ ਦਾ ਤੂੰ ਗਰਕ ਕਰ ਰਿਹਾ, 60 ਲੱਖ ਰੁਪਏ ਦਾ ਪ੍ਰੋਜੈਕਟ ਖਰਾਬ ਕਰ ਰਿਹਾ, ਤੂੰ ਬਹੁਤ ਵਧੀਆ ਕੀਤਾ ਔਰ ਤੈਨੂੰ ਇਹਦਾ ਨਾਮ ਦਿੱਤਾ ਇਹਨੇ, ਤੈਨੂੰ ਹੋਰ ਅਮਾਊਂਟ ਦਿੱਤੀ ਜਾਂਦੀ। ਮੈਂ ਤਾਂ ਇਨਫੋਰਮ ਵੀ ਕੀਤਾ ਜੀ, ਮੇਰੀ ਡਿਊਟੀ ਸੀਗੀ ਜ਼ਿੰਮੇਵਾਰ ਸਿਟੀਜ਼ਨ ਹੋਣ ਦੇ ਨਾਤੇ ਕਿ ਭਾਈ ਲੈਂਟਰ ਡਿੱਗਿਆ, ਕੋਈ ਕਾਰਵਾਈ ਕਰੋ ਇੱਥੇ, ਤੁਸੀਂ ਉਹਨੂੰ ਪੇਮੈਂਟ ਹੋਰ ਦੇ ਦਿੱਤੀ। ਸਵਾਲ ਇੱਥੇ ਖੜੇ ਹੁੰਦੇ ਨਾ ਤੁਹਾਡੀ ਇੰਟੈਂਸ਼ਨ ਦੇ ਕਿ ਤੁਸੀਂ ਈਓ ਸਾਹਿਬ ਤੁਸੀਂ ਹੋਰ ਉਹਨੂੰ ਪੇਮੈਂਟ ਦੇਣ ਦੇ, ਤੁਸੀਂ ਇਹਨੂੰ ਹੁਲਾਰਾ ਹੋਣ ਦੇਣ ਦੇ, ਹੋਰ ਕੰਮ ਕਰ ਇੱਦਾਂ ਦਾ ਤੂੰ। ਯਾਨੀ ਕਿ ਫਿਰ ਈਓ ਸਾਹਿਬ ਕਹਿੰਦੇ ਆ ਕਿ ਯਾਨੀ ਕਿ ਇੰਨਾ ਵਧੀਆ ਕੰਮ ਫਿਰ ਦੁਬਾਰਾ ਸ਼ੁਰੂ ਕੀਤਾ। ਹਾਂ, ਇੱਦਾਂ ਦਾ ਕੰਮ ਵਧੀਆ ਦੁਬਾਰਾ ਕਰ, ਵਧੀਆ ਤੂੰ ਲੈਂਟਰ ਡੇਗ ਦਿੱਤਾ, 60 ਲੱਖ ਦਾ ਪ੍ਰੋਜੈਕਟ ਖਰਾਬ ਕਰ ਦਿੱਤਾ, ਅਸੀਂ ਤੇਰੇ ਧੰਨਵਾਦੀ ਹਾਂ, ਰਿਣੀ ਆ। ਅੱਜ ਅਸੀਂ ਨਗਰ ਕੌਂਸਲ ਨਕੋਦਰ ਪਹੁੰਚੇ ਹਾਂ, ਜਿੱਥੇ ਇੱਕ ਚਰਚਾ ਹੈ ਕਿ ਇੱਥੇ ਇੱਕ ਏਐਸ ਹਾਇਰ ਸੈਕੰਡਰੀ ਸਕੂਲ ਦੇ ਵਿੱਚ ਸਟੇਡੀਅਮ ਬਣ ਰਿਹਾ, ਤੇ ਇਹ ਸਟੇਡੀਅਮ ਦੇ ਵਿੱਚ ਇੱਕ ਲੈਂਟਰ ਦੀ ਕੋਈ ਇਸ਼ੂ ਦੀ ਖਬਰ ਜਿਹੜੀ ਚੱਲ ਰਹੀ ਆ, ਇਹਦੇ ਬਾਰੇ ਜਾਣਨ ਲਈ ਆਏ ਆ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਏਰੀ ਜੀ ਨਾਲ। ਤੇ ਆਓ ਪਹਿਲਾਂ ਗੱਲਬਾਤ ਕਰਦੇ ਹਾਂ ਏਰੀ ਜੀ ਨਾਲ। ਏਰੀ ਜੀ, ਤੁਹਾਡਾ ਸਾਡੇ K9 ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ। ਬਹੁਤ ਧੰਨਵਾਦ ਜੀ, ਸਾਰੇ ਹੀ K9 ਨਿਊਜ਼ ਪੰਜਾਬ ਦਾ, ਉਹਨਾਂ ਦੇ ਸਰੋਤਿਆਂ ਦਾ, ਜੋ ਤੁਸੀਂ ਚੱਲ ਕੇ ਸਾਡੇ ਵਿਹੜੇ ਆਏ ਹੋ, ਬਹੁਤ ਜੀ ਆਇਆਂ ਤੁਹਾਡਾ ਜੀ। ਪ੍ਰਧਾਨ ਜੀ, ਤੁਹਾਡੇ ਕੋਲ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੇ ਇੱਥੇ ਜਿਹੜਾ ਸਕੂਲ ਦੇ ਅੰਦਰ ਸਟੇਡੀਅਮ ਬਣ ਰਿਹਾ, ਤੇ ਉਸ ਸਟੇਡੀਅਮ ਦੇ ਜਿਹੜਾ ਕਮਰੇ 'ਤੇ ਲੈਂਟਰ ਪਿਆ ਆ, ਉਹਦੇ ਨਾਲ ਸੰਬੰਧਿਤ ਕੋਈ ਇਸ਼ੂ ਦੀ ਸ਼ਹਿਰ ਦੇ ਵਿੱਚ ਖਬਰ ਜਿਹੜੀ ਆ ਉਹ ਬੜੀ ਚਰਚਾ ਹੈ। ਕੀ ਮਾਮਲਾ, ਉਹ ਸਾਡੇ ਸਰੋਤਿਆਂ ਨੂੰ ਜਰਾ ਉਹਦੇ ਬਾਰੇ ਦੱਸਿਓ। ਐਕਚੁਅਲੀ ਗੱਲ ਇਸ ਤਰ੍ਹਾਂ ਹੈ ਜੀ, ਸਟੇਡੀਅਮ ਜੋ ਆਪਣਾ ਇੱਥੇ ਬਣ ਰਿਹਾ ਹੈ ਜੀ, ਉਹਦੇ ਵਿੱਚ ਸਮੱਸਿਆ ਕੋਈ ਨਹੀਂ ਹੈ ਜੀ, ਔਰ ਜਿਹੜੀ ਲੈਂਟਰ ਦੀ ਛੋਟੀ ਜੀ ਪ੍ਰੋਬਲਮ ਵੀ ਆਈ ਸੀ, ਇਹ ਵੀ ਕਾਫੀ ਪੁਰਾਣੀ ਪ੍ਰੋਬਲਮ ਆ। ਹੁਣ ਤਾਂ ਉਹਨਾਂ ਨੇ ਸਾਰਾ ਉੱਤੇ ਲੈਂਟਰ ਲੂੰਟਰ ਪਾ ਕੇ ਬਹੁਤ ਵਧੀਆ ਤਰੀਕੇ ਨਾਲ ਮਤਲਬ ਉਸ ਉਸਾਰੀ ਨੂੰ ਕੰਪਲੀਟ ਵੀ ਕਰ ਦਿੱਤਾ ਹੈ ਜੀ। ਉਸ ਟਾਈਮ ਇੱਕ ਛੋਟੀ ਜੀ ਮੇਰੇ ਖਿਆਲ ਸ਼ਾਇਦ ਇੱਕ ਬੱਲੀ ਸੀਗੀ ਲੱਗੀ ਹੋਈ ਜੀ, ਉਹ ਬੱਲੀ ਖਿਸਕਣ ਦੇ ਨਾਲ ਥੋੜਾ ਜਿਹਾ ਕੁਝ ਏਰੀਆ ਜਿਹੜਾ ਸੀਗਾ ਉਹ ਨੀਚੇ ਬੈਠਿਆ ਸੀ ਜੀ। ਜੋ ਮੇਰੇ ਧਿਆਨ ਜਦੋਂ ਆਇਆ ਤਾਂ ਉਹ ਇਮੀਡੀਏਟਲੀ ਜੋ ਸਾਡੀ ਇੰਜੀਨੀਅਰਿੰਗ ਸ਼ਾਖਾ ਹੈ ਜੀ, ਉਹਨਾਂ ਨੂੰ ਕਹਿ ਕੇ ਚੈੱਕ ਕਰਵਾ ਕੇ ਤੇ ਉਹ ਜਿਹੜੀ ਸੀ ਮਾੜਾ ਮੋਟਾ ਕੋਈ ਇਸ਼ੂ ਉੱਥੇ ਬਣਿਆ ਸੀ, ਉਸ ਵੇਲੇ ਮੌਕੇ ਤੇ ਰਿਜ਼ੋਲਵ ਕਰਵਾਤਾ ਸੀ। ਉਹ ਤਾਂ ਕੋਈ ਪਤਾ ਨਹੀਂ ਹੁਣ ਕਿਉਂ ਦੁਬਾਰਾ ਬਾਰ-ਬਾਰ ਇਹ ਇਸ਼ੂ ਬਣਾਇਆ ਜਾ ਰਿਹਾ ਹੈ, ਬਟ ਐਕਚੁਅਲ ਦੇ ਵਿੱਚ ਤੁਸੀਂ ਜਾ ਕੇ ਦੇਖੋ, ਉੱਥੇ ਬਹੁਤ ਵਧੀਆ ਸ਼ਾਨਦਾਰ ਤਰੀਕੇ ਨਾਲ ਕੰਮ ਹੋਇਆ, ਕੋਈ ਇਦਾਂ ਦੀ ਗੱਲ ਨਹੀਂ। ਇਹ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੋਗੇ ਕਿ ਉਹ ਲੈਂਟਰ ਕਿੰਨੇ ਬਾਈ ਕਿੰਨੇ ਫੁੱਟ ਦਾ ਹੈ? ਜੀ ਮੋਸਟਲੀ ਮੇਰੇ ਹਿਸਾਬ ਨਾਲ ਆਪਾਂ ਗਿਣ ਲਈਏ ਜੀ 12 ਬਾਈ 14 ਜਾਂ ਸਮਥਿੰਗ ਇੰਨੇ ਕੁ ਦਾ ਹੀ ਉਹ ਹੈ, ਕੋਈ ਲੰਬਾ ਚੌੜਾ ਲੈਂਟਰ ਨਹੀਂ ਸੀ। ਉਹ ਤਾਂ ਇੱਕ ਆਪਾਂ ਇੱਕ ਸਟੇਜ ਟਾਈਪ ਉਹਨੂੰ ਬਣਾਇਆ ਸੀਗਾ, ਤੇ ਉਹਦਾ ਹਲਕਾ ਜਿਹਾ ਇੱਕ ਸਾਈਡ ਤੋਂ ਇਹਦਾ ਏਰੀਆ ਕੋਈ ਥੋੜਾ ਡੈਮੇਜ ਹੋਇਆ, ਉਸੇ ਵੇਲੇ ਉਹਨਾਂ ਨੇ ਇਮੀਡੀਏਟਲੀ ਉਹਦੀ ਰਿਪੇਅਰ ਕਰਤੀ। ਇਹ ਇੱਕ ਬੱਲੀ ਤੁਹਾਡੇ ਦੇਖਣ 'ਚ ਡਾਊਨ ਗਈ ਆ ਜਾਂ ਕੋਈ ਜ਼ਿਆਦਾ ਸੀ? ਬਿਲਕੁਲ ਜੀ ਬਿਲਕੁਲ, ਇੱਕ ਬੱਲੀ ਹੀ ਖਿਸਕੀ ਸੀ। ਉਹ ਬੱਲੀ ਖਿਸਕਣ ਨਾਲ ਥੋੜਾ ਜਿਹਾ ਜਿਹੜਾ ਉਹਨੂੰ ਨੀਚੇ ਆਇਆ, ਤੇ ਮੈਂ ਖੁਦ ਵੀ ਮੌਕਾ ਜਾ ਕੇ ਚੈੱਕ ਕੀਤਾ ਸੀ ਉਸ ਟਾਈਮ। ਮੌਕੇ ਤੇ ਦੇਖ ਕੇ ਆਪਣੇ ਜਿਹੜੇ ਸਾਡੇ ਜੇਈ ਸਾਹਿਬ ਆ ਉਹਨਾਂ ਨੂੰ ਸੱਦ ਕੇ ਜੋ ਉੱਥੇ ਇਮੀਡੀਏਟਲੀ ਹੋਣ ਵਾਲਾ ਸੀ ਕਰਵਾਤਾ, ਔਰ ਅੱਜ ਦੀ ਡੇਟ ਦੇ ਵਿੱਚ ਬੜਾ ਵਧੀਆ ਸ਼ਾਨਦਾਰ। ਇਹ ਪ੍ਰਧਾਨ ਜੀ, ਸਾਡੇ ਸਰੋਤਿਆਂ ਨੂੰ ਦੱਸਿਓ ਕਿ ਇਹ ਜਿਹੜਾ ਸਟੇਡੀਅਮ ਹੈ ਇਹ ਕਿੰਨੀ ਕੁੱਲ ਲਾਗਤ ਨਾਲ ਜਿਹੜਾ ਤਿਆਰ ਹੋ ਰਿਹਾ? ਇਹ ਆਲਮੋਸਟ ਨੇ ਜੀ ਤਕਰੀਬਨ 60 ਲੱਖ ਸਮਥਿੰਗ ਦੇ ਨਾਲ ਇਹ ਸਟੇਡੀਅਮ ਜਿਹੜਾ ਹੈ ਉਹ ਤਿਆਰ ਹੋਣਾ ਸੀ, ਔਰ ਇਹਦੇ ਵਿੱਚੋਂ ਹੁਣ ਤੱਕ ਜੋ ਪੇਮੈਂਟ ਠੇਕੇਦਾਰ ਨੂੰ ਗਈ ਹੈ ਕੋਈ 19 ਲੱਖ ਰੁਪਏ ਦੇ ਕਰੀਬ ਜੋ ਪੇਮੈਂਟ ਹੈਗੀ ਆ ਉਹ ਨਗਰ ਕੌਂਸਲ ਵੱਲੋਂ ਠੇਕੇਦਾਰ ਨੂੰ ਅਦਾਇਗੀ ਕਰਤੀ ਗਈ ਹੈ, ਔਰ ਕੰਮ ਇਹਦਾ ਚੱਲ ਰਿਹਾ ਹੈ। ਠੀਕ ਹੈ। ਤੇ ਇਹ ਸਟੇਡੀਅਮ ਜਿਹੜਾ ਬਣ ਰਿਹਾ ਇਹ ਤੁਹਾਡੇ ਸਮੇਂ ਸ਼ੁਰੂ ਹੋਇਆ ਜਾਂ ਤੁਹਾਡੀ ਪਹਿਲੀ ਟਰਮ ਜਿਹੜਾ ਪਹਿਲੇ ਸਮੇਂ ਤੋਂ ਇਹਦੀ ਸਾਰੀ ਹੋ ਰਹੀ? ਹਾਂਜੀ, ਨਹੀਂ ਇਸ ਤਰ੍ਹਾਂ ਜੀ, ਇਹਦੇ ਵਿੱਚ ਜਿਹੜੇ ਸਾਡੇ ਉਦੋਂ ਮਾਨਯੋਗ ਐਡਮਿਨਿਸਟ੍ਰੇਟਰ ਸੀ ਸ਼੍ਰੀ ਗੌਤਮ ਜੈਨ ਜੀ, ਉਹਨਾਂ ਦੇ ਟਾਈਮ ਤੇ ਇਹ ਸਟੇਡੀਅਮ ਜਿਹੜਾ ਹੈਗਾ ਸ਼ੁਰੂ ਹੋਇਆ ਸੀ, ਤੇ ਉਸ ਤੋਂ ਬਾਅਦ ਦੇ ਵਿੱਚ MC ਇਲੈਕਸ਼ਨਸ ਹੋਏ ਆ। ਇਲੈਕਸ਼ਨਸ ਹੋਣ ਤੋਂ ਬਾਅਦ ਫਿਰ ਕੰਮ ਚੱਲਦਾ ਆ ਰਿਹਾ, ਉਦੋਂ ਦਾ ਚੱਲ ਰਿਹਾ ਜੀ। ਤੇ ਇਹ ਜਿਹੜਾ ਸਟੇਡੀਅਮ ਹੈ ਇੱਥੇ ਜਿਹੜੇ ਖਿਡਾਰੀਆਂ ਵਾਸਤੇ ਜਿਹੜੀਆਂ ਕੀ ਤੁਸੀਂ ਸਹੂਲਤਾਂ ਜਿਹੜੀਆਂ ਦੇ ਰਹੇ ਆ ਇਹਦੇ ਬਾਰੇ ਦੱਸੋਗੇ? ਜੀ, ਐਕਚੁਅਲੀ ਦੇਖੋ ਜੋ ਖਿਡਾਰੀਆਂ ਵਾਸਤੇ ਸੀ ਉਹਦੇ ਵਿੱਚ ਫੁੱਟਬਾਲ ਦੀ ਗਰਾਊਂਡ ਸੀ, ਉਹਦੇ ਵਿੱਚ ਬਾਸਕਟਬਾਲ ਸੀ, ਉਹਦੇ ਵਿੱਚ ਵਾਲੀਬਾਲ ਸੀ, ਮਤਲਬ ਛੋਟੀਆਂ ਅਲੱਗ-ਅਲੱਗ ਕਿਸਮ ਦੀਆਂ
ਕਈ ਕੈਟਾਗਰੀਜ਼ ਨੂੰ ਅਸੀਂ ਰੱਖਿਆ ਹੋਇਆ ਸੀ ਉਹਦੇ ਵਿੱਚ ਜੀ। ਬਟ ਹੁਣ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਇੱਕ ਤਾਂ ਆਪਾਂ ਸਿਰਫ ਖਿਡਾਰੀਆਂ ਵਾਸਤੇ ਬਣਾ ਰਹੇ ਜੀ। ਸੀ, ਬਟ ਅੱਜ ਦੀ ਡੇਟ ਦੇ ਵਿੱਚ ਉੱਥੇ ਸਵੇਰੇ ਸ਼ਾਮ ਜਿਹੜੇ ਸੈਰ ਕਰਨ ਵਾਲਿਆਂ ਦੀ ਆਪਣੇ ਸ਼ਹਿਰੀ ਨਕੋਦਰ ਸ਼ਹਿਰ ਦੇ ਜਿਹੜੇ ਵਸਨੀਕ ਨੇ ਜੀ। ਉਹਨਾਂ ਦੀ ਸੈਰ ਕਰਨ ਵਾਲਿਆਂ ਦੀ ਗਿਣਤੀ ਇੰਨੀ ਹੁੰਦੀ ਹੈ ਕਿ ਮਤਲਬ ਆਲਮੋਸਟ 200-300 ਬੰਦਾ ਡੇਲੀ ਉੱਤੇ ਸੈਰ ਕਰਨ ਜਾਂਦਾ ਜੀ। ਔਰ ਨਗਰ ਕੌਂਸਲ ਨੇ ਆਪਣੇ ਸ਼ਹਿਰ ਨੂੰ ਔਰ ਸ਼ਹਿਰੀਆਂ ਨੂੰ ਮੁੱਖ ਰੱਖਦੇ ਹੋਏ ਠੀਕ ਹੈ ਉਹ ਸਟੇਡੀਅਮ ਦੇ ਵਿੱਚ ਪਿਛਲੀ ਮੀਟਿੰਗ ਸਾਡੀ ਹੋਈ ਸੀ ਜੀ। ਔਰ ਸ਼ਾਮ ਨੂੰ ਸਾਨੂੰ ਬੜੀਆਂ ਸ਼ਿਕਾਇਤਾਂ ਆਉਂਦੀਆਂ ਸੀ ਕਿ ਉੱਥੇ ਲਾਈਟ ਦਾ ਪ੍ਰਬੰਧ ਨਹੀਂ ਹੈ ਕੋਈ ਜੀ। ਤੇ ਉਸ ਮੀਟਿੰਗ ਦੇ ਵਿੱਚ ਵਿਚਾਰ ਕਰਕੇ ਆਲਮੋਸਟ ਮੇਰੇ ਖਿਆਲ ਨਾਲ ਲਗਭਗ 17 ਕੁ ਲੱਖ ਰੁਪਏ ਦੀਆਂ ਉਦੋਂ ਅਸੀਂ ਜੋ LED ਲਾਈਟਸ ਹੈਗੀਆਂ ਜੀ। ਉਹ ਸਟੇਡੀਅਮ ਦੇ ਲਈ ਪ੍ਰੋਵਾਈਡ ਕਰਵਾਤੀਆਂ, ਉਹ ਮਤਾ ਪਾਤਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਜਿਹੜਾ ਕੰਮ ਹੈਗਾ ਜਲਦੀ ਚਾਲੂ ਹੋ ਜਾਏਗਾ ਲਾਈਟਾਂ ਦਾ ਵੀ। ਪ੍ਰਧਾਨ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸ਼ਾਮ ਸਮੇਂ ਵੀ 200-250 ਜਾਂ ਸਵੇਰੇ ਵੀ ਉੱਥੇ ਲੋਕ ਜਾਂਦੇ ਆ, ਤੇ ਫਿਰ ਅਗਲਾ ਇਹ ਸਵਾਲ ਖੜ ਜਾਂਦਾ ਵੀ ਉੱਥੇ ਸੁਰੱਖਿਆ ਦਾ ਵੀ ਪ੍ਰਬੰਧ ਹੈ? ਹਾਂ ਬਿਲਕੁਲ ਜੀ, ਸੁਰੱਖਿਆ ਦਾ ਇਸ ਤਰ੍ਹਾਂ ਹੈ ਕਿ ਹਲੇ ਕੰਮ ਚੱਲ ਰਿਹਾ ਹੈ, ਸਾਡੇ ਇਹਦੇ 2 ਗੇਟ ਬਣਨੇ ਆ ਜੀ। ਜੀ। ਐਂਟਰੀ, ਇੱਕ ਐਗਜ਼ਿਟ। ਜੀ। ਹੁਣ ਕੰਮ ਹਲੇ ਕੁਝ ਕਾਰਨਾਂ ਕਰਕੇ ਕੰਮ ਜਿਹੜਾ ਇਸ ਵੇਲੇ ਬੰਦ ਪਿਆ ਹੈ ਔਰ ਜਦੋਂ ਇਹ ਫੁੱਲ ਤਰੀਕੇ ਨਾਲ ਬਣ ਕੇ ਤਿਆਰ ਹੋਏਗਾ ਉਹਦੇ ਵਿੱਚ ਬਕਾਇਦਾ ਉੱਥੇ ਬਾਹਰ ਜਿੱਥੇ ਐਂਟਰੀ ਐਗਜ਼ਿਟ ਹੈਗੇ ਆ ਉੱਥੇ ਬਕਾਇਦਾ ਕਿਸੇ ਚੌਕੀਦਾਰ ਦੀ ਡਿਊਟੀ ਲਾਈ ਜਾਏਗੀ ਜਿਹੜਾ ਕਿ ਉੱਥੇ ਦੇਰ ਸਵੇਰ ਜਿਹੜੀ ਹੈਗੀ ਆ ਉਹਦੀ ਜੋ ਨਿਗਰਾਨੀ ਕਰਿਆ ਕਰੇਗਾ। ਤੇ ਇਹ ਸਟੇਡੀਅਮ ਜਿਹੜਾ ਆ ਕਦੋਂ ਕੁ ਤੱਕ ਜਿਹੜਾ ਤਿਆਰ ਹੋ ਕੇ ਲੋਕਾਂ ਦੇ ਜਿਹੜਾ ਤੁਸੀਂ ਹਵਾਲੇ ਕਰ ਦਿਓਗੇ ਖੇਡਣ ਵਾਲੇ ਖਿਡਾਰੀਆਂ ਦੇ? ਤੁਹਾਡਾ ਸਵਾਲ ਬੜਾ ਚੰਗਾ ਜੀ, ਇਹ ਕਦੋਂ ਕੁ ਤੱਕ ਕਰ ਦਾਂਗੇ ਜੀ। ਇਸ ਦੇ ਵਿੱਚ ਮਤਲਬ ਇਸ ਤਰ੍ਹਾਂ ਹੈ ਜੀ, ਇਹ ਸਟੇਡੀਅਮ ਦੇ ਨਾ ਬਣਦੇ ਦੀਆਂ ਕੁਝ ਸ਼ਿਕਾਇਤਾਂ ਹੋ ਗਈਆਂ ਜੀ। ਤੇ ਉਹ ਸ਼ਿਕਾਇਤਾਂ ਦੀ ਵਜ੍ਹਾ ਦੇ ਨਾਲ ਇਹ ਸਟੇਡੀਅਮ ਜਿਹੜਾ ਹੈ ਅੱਧ ਵਿਚਾਲੇ ਲਟਕ ਗਿਆ। ਅੱਛਾ ਜੀ। ਹਾਂਜੀ, ਔਰ ਉਹਦੇ ਵਿੱਚ ਜੇ ਤੁਸੀਂ ਤੁਹਾਡੇ ਕੋਲ ਟਾਈਮ ਹੋਇਆ ਤੇ ਆਪਾਂ ਜ਼ਰੂਰ ਤੁਹਾਡੀ ਸਾਰੀ ਟੀਮ ਨੂੰ ਨਾਲ ਲਿਜਾ ਕੇ ਉੱਥੇ ਮੈਂ ਦਿਖਾਊਂਗਾ ਜੀ ਕਿ ਬੜੇ ਖੂਬਸੂਰਤ ਤਰੀਕੇ ਨਾਲ ਜੋ ਘਾਹ ਸੀ ਉਹ ਲਗਾਇਆ ਗਿਆ ਸੀ। ਠੀਕ ਹੈ। ਬਹੁਤ ਸੁੰਦਰ ਉਹਨਾਂ ਨੂੰ ਪਾਣੀ ਦੇਣ ਲਈ ਮੋਟਰ ਦਾ ਪ੍ਰਬੰਧ ਉੱਥੇ ਕੀਤਾ ਗਿਆ ਸੀ ਔਰ ਬੜੇ ਸੁੰਦਰ ਫੁੱਲ ਵਗੈਰਾ ਜੋ ਵੀ ਗ੍ਰੀਨਰੀ ਸੀ ਉੱਥੇ ਲਗਾਈ ਗਈ ਸੀ ਜੀ। ਅੱਜ ਆਪਾਂ ਜਾ ਕੇ ਉਹਦੇ ਹਾਲਾਤ ਦੇਖੀਏ, ਠੀਕ ਹੈ, ਬਹੁਤ ਹੀ ਜ਼ਿਆਦਾ ਮਨ ਨੂੰ ਦੁੱਖ ਲੱਗਦਾ ਕਿ ਇੰਨੇ ਪੈਸੇ ਨਗਰ ਕੌਂਸਲ ਆਪਣੇ ਸ਼ਹਿਰ ਵਾਸਤੇ ਖਰਚ ਰਹੀ ਹੋਵੇ ਤੇ ਉੱਥੇ ਆਹ ਹਾਲਾਤ ਬਣੇ ਹੋਣ। ਔਰ ਸਿਰਫ ਕੀ ਇਸ ਦੀ ਵਜ੍ਹਾ ਕੀ ਆ? ਸਿਰਫ ਚੰਦ ਇੱਕ ਸ਼ਿਕਾਇਤਾਂ। ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਕਿਸੇ ਨੂੰ ਵੀ, ਮੇਰੇ ਸਾਰੇ ਹੀ ਮੇਰੇ ਆਦਰਨੀਏ ਭਰਾ ਹੋ, ਸਾਰੇ ਮੇਰੇ ਤੋਂ ਵੱਡੇ ਜਿੰਨੇ ਵੀ ਮੇਰੇ ਸਾਰੇ ਰਿਸਪੈਕਟਡ ਹੈਗੇ ਆ ਜੀ, ਤੇ ਤੁਸੀਂ ਪਲੀਜ਼, ਤੁਹਾਡਾ ਵੈਲਕਮ ਆ ਐਨੀ ਟਾਈਮ, ਤੁਸੀਂ ਆਓ ਨਗਰ ਕੌਂਸਲ ਦੇ ਵਿੱਚ ਆਓ। ਜੇ ਕਿਸੇ ਨੂੰ ਮਨ ਦੇ ਵਿੱਚ ਕੋਈ ਸ਼ੱਕ ਸ਼ੁਬਾ ਹੈ ਤੇ ਉਹਨੂੰ ਜ਼ਰੂਰ ਆ ਕੇ ਕਲੀਅਰ ਕਰੋ, ਪਰ ਚੱਲਦੇ ਕੰਮ ਦੇ ਵਿੱਚ ਜਿਹੜੀ ਰੁਕਾਵਟ ਹੈ ਉਹ ਨਾ ਬਣਿਆ ਕਰੋ, ਕਿਉਂਕਿ ਜੇ ਇਹਦੀਆਂ ਸ਼ਿਕਾਇਤਾਂ ਨਾ ਹੁੰਦੀਆਂ ਤੇ ਸ਼ਾਇਦ ਹੁਣ ਤੱਕ ਇਹ ਸਟੇਡੀਅਮ ਆਪਾਂ 15 ਅਗਸਤ ਤੇ ਸ਼ਹਿਰ ਵਾਸੀਆਂ ਨੂੰ ਜਿਹੜਾ ਹੈਗਾ ਸਮਰਪਿਤ ਕਰ ਦਿੰਦੇ। ਇਹ ਮੈਂ ਤੁਹਾਡੇ ਤੋਂ ਜਿਹੜਾ ਸ਼ਿਕਾਇਤ ਸ਼ਬਦ ਸੁਣਿਆ ਆ ਕਿ ਇਹ ਲੋਕਾਂ ਲਈ ਹਜੇ ਜਿਹੜਾ ਆ ਇਹ ਕਹਿ ਸਕਦੇ ਆ ਵੀ ਸੈਰ ਕਰਨ ਲਈ ਜਾਂ ਖਿਡਾਰੀਆਂ ਦੇ ਖੇਡਣ ਲਈ ਜਿਹੜਾ ਸਟੇਡੀਅਮ ਦਾ ਕੰਮ ਰੁਕ ਗਿਆ, ਲਟਕ ਗਿਆ। ਸਾਨੂੰ ਜਿਹੜੇ ਸਾਡੇ ਸਰੋਤੇ ਆ ਜਾਂ ਸ਼ਹਿਰ ਵਾਸੀ ਨਕੋਦਰ ਦੇ, ਉਹਨਾਂ ਨੂੰ ਦੱਸਣਾ ਚਾਹੋਗੇ ਵੀ ਇਹ ਸ਼ਿਕਾਇਤ ਕਿਹੜੇ ਪੱਧਰ ਦੀ ਹੋਈ ਆ ਜਾਂ ਕਿਹੜੇ ਕਾਰਨਾਂ ਕਰਕੇ ਕੰਮ ਲਟਕਿਆ ਹੈ? ਦੇਖੋ ਜੀ, ਇਹ ਜਿਹੜਾ ਮਸਲਾ ਹੈਗਾ ਸ਼ਿਕਾਇਤ ਦਾ, ਇਹ ਤਾਂ ਮਾਨਯੋਗ ਈਓ ਸਾਹਿਬ ਦੇ ਲੈਵਲ ਦੀ ਗੱਲ ਹੈਗੀ, ਉਹ ਦੱਸਣਗੇ। ਮੇਰੇ ਜਿੰਨਾ ਧਿਆਨ ਦੇ ਵਿੱਚ ਇਹ ਹੈ ਕਿ ਇਸ ਸਟੇਡੀਅਮ ਦੀਆਂ ਸ਼ਿਕਾਇਤਾਂ ਜੋ 2-4 ਕੋਈ ਹੋਈਆਂ ਸੀ ਜੀ, ਉਸ ਵਜ੍ਹਾ ਕਰਕੇ ਇਹ ਕੰਮ ਰੁਕਿਆ। ਔਰ ਮੇਰੇ ਪੱਧਰ ਤੇ, ਆਪਣੇ ਪੱਧਰ ਤੇ ਮੈਂ ਇਹਦੀ ਜਿਹੜੀ ਹੈਗੀ ਹੈ ਸਟੇਟਸ ਰਿਪੋਰਟ ਜਿਹੜੀ ਮੰਗੀ ਸੀ ਔਰ ਮੈਨੂੰ ਜੋ ਮੁਹੱਈਆ ਉਹਨਾਂ ਨੇ ਕਰਵਾਇਆ, ਉਹਨਾਂ ਨੇ ਇੱਕ ਥਰਡ ਪਾਰਟੀ ਨੂੰ ਲਿਖਤਾ ਹੈ ਇਹਦੇ ਬਾਰੇ। ਉਹ ਥਰਡ ਪਾਰਟੀ ਆਏਗੀ, ਉਹ ਆ ਕੇ ਆਪਣਾ ਮੁਆਇਨਾ ਇਹਦਾ ਕਰਕੇ ਜੋ ਵੀ ਰਿਪੋਰਟ ਦੇਗੀ ਤੇ ਉਹ ਮੈਨੂੰ ਇਹ ਮੁਹੱਈਆ ਕਰਾ ਦੇਣਗੇ। ਇੰਨੀ ਕੁ ਗੱਲ ਜਿਹੜੀ ਹੈ ਸਾਡੀ। ਠੀਕ ਹੈ ਪ੍ਰਧਾਨ ਜੀ, ਅਸੀਂ ਇਹਨਾਂ ਤੁਹਾਡੇ ਦੱਸਣ ਮੁਤਾਬਕ ਜਿਹੜਾ ਆ ਸਟੇਡੀਅਮ ਨੂੰ ਜ਼ਰੂਰ ਦੇਖਾਂਗੇ ਤੇ ਆਪਣੇ ਸਰੋਤਿਆਂ ਤੱਕ ਜਿਹੜੀ ਸਟੇਡੀਅਮ ਦੀ ਮੌਕੇ ਦੀ ਜਿਹੜੀ ਰਿਪੋਰਟ ਆ ਉਹ ਮੈਂ ਕਹੂੰਗਾ ਕਿ ਕੈਮਰਾਮੈਨ ਅਸ਼ੋਕ ਲਾਲ ਨੂੰ ਕਿ ਉਹ ਜਿਹੜਾ ਸਟੇਡੀਅਮ ਨੂੰ ਦਿਖਾਉਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਮੌਕੇ 'ਤੇ ਜਿਹੜੀ ਕੀ ਸਥਿਤੀ ਆ। ਤੇ ਸਾਨੂੰ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ, ਸਾਰੇ ਤੁਹਾਡੇ K9 ਦੇ ਸਟਾਫ ਦਾ ਔਰ ਸਾਰੇ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।